घन हर बूंद बसोरु मावल, कुसम बसंत गनंत न आवे। राव सस किरण उदर सागर को, गंग तरंगे अंत को पावे। रुदर ध्यान ज्ञान सतगुर के, कव जन भल उन्हें जो गावे। भले अमरदास गुण तेरे, तेरी उपमा तोहे बन आवे। भले अमरदास गुण तेरे, तेरी उपमा तोहे बन आवे। धन गुरु अमरदास जी महाराज ऐसी बृद्ध मूर्ति ਹਨ ਜਿਨ੍ਹਾਂ ਦੇ ਜੀਵਨ ਦੀ ਛਾਪ ਜਗਤ ਨੂੰ ਇਹ ਉਪਦੇਸ਼ ਦਿੰਦੀ ਹੈ ਕਿ ਉਮਰ ਦੇ ਕਿਸੇ ਵੀ ਹਿੱਸੇ ਵਿੱਚ ਮਨੁੱਖ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਚਾਹੇ ਸਰੀਰ ਬੁੱਢਾ ਵੀ ਹੋ ਗਿਆ, ਬਿਰਧ ਵੀ ਹੋ ਗਿਆ, ਪਰ ਮਨੁੱਖ ਦੇ ਅੰਦਰ ਅਗਰ ਉਤਸ਼ਾਹ ਹੈ, ਉਮੰਗ ਹੈ, ਆਸਾ ਹੈ, ਤਾਂ ਬਹੁਤ ਵੱਡੇ ਵੱਡੇ ਕੰਮ ਉਸ ਅਵਸਥਾ ਵਿੱਚ ਵੀ ਹੋ ਸਕਦੇ ਨੇ ਜਦ ਕਿ ਅਕਸਰ ਬੁਢੇਪੇ 'ਚ ਲੋਕੀ ਨਿਰਾਸ਼ਾ ਦੇ ਖੱਡ ਵਿੱਚ ਜਾ ਗਿਰਦੇ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਨਮ ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ, ਮਾਤਾ ਲਖਮੀ ਜੀ ਦੀ ਕੁੱਖੋਂ ਪਿਤਾ ਤੇਜਭਾਨ ਦੇ ਘਰ ਵਿੱਚ ਹੋਇਆ। ਆਪ ਜੀ ਦਾ ਜਨਮ ਵਿਸਾਖ ਸੁਦੀ 14 1526 ਵਿੱਚ ਹੋਇਆ। ਆਪ ਜੀ ਦੀ ਸੰਤਾਨ ਮੋਹਰੀ ਜੀ, ਮੋਹਨ ਜੀ ਤੇ ਦੋ ਪੁੱਤਰੀਆਂ ਦਾਨੀ ਜੀ, ਭਾਨੀ ਜੀ। ਇਹ ਆਪ ਜੀ ਦਾ ਗ੍ਰਸਤੀ ਜੀਵਨ ਸੀ। ਬੱਚਿਆਂ ਵਿੱਚ, ਪਰਿਵਾਰ ਵਿੱਚ, ਘਰ ਗ੍ਰਸਤੀ ਵਿੱਚ ਆਪ ਜੀਵਨ ਇਸ ਢੰਗ ਦਾ ਬਤੀਤ ਕਰ ਰਹੇ ਸਨ ਜੈਸੇ ਕਿ ਪਾਣੀ ਵਿੱਚ ਰਹਿੰਦਾ ਹੋਇਆ ਕਮਲ। ਲੇਕਿਨ ਫਿਰ ਵੀ ਇੱਕ ਧੂ ਅੰਦਰ ਬਣੀ ਰਹਿੰਦੀ ਸੀ ਕਿ ਪਰਮ ਆਨੰਦ ਉਹ ਜੋ ਸਮਾਧੀ ਹੈ ਉਹ ਨਸੀਬ ਹੋਵੇ। ਕਹਿੰਦੇ ਨੇ ਆਪ ਨੇ ਇਸੇ ਇੱਛਾ ਨੂੰ ਮੁੱਖ ਰੱਖ ਕੇ ਥਾਂ ਥਾਂ ਤੇ ਤੀਰਥਾਂ ਦਾ ਵੀ ਰਟਨ ਕੀਤਾ ਔਰ ਅਕਸਰ ਗਾਹੇ ਬਗਾਹੇ ਹਰਿਦੁਆਰ ਵੀ ਜਾਂਦੇ ਸਨ। ਇੱਕ ਦਿਨ ਗੰਗਾ ਦੇ 'ਚ ਇਸ਼ਨਾਨ ਕਰਕੇ, ਠੰਡ ਦੇ ਦਿਨ ਸਨ, ਰੇਤ ਦੇ 'ਚ ਬੈਠੇ ਚਰਨਾਂ ਨੂੰ ਪਸਾਰ ਕੇ, ਪੈਰ ਪਸਾਰ ਕੇ, ਇੱਕ ਪਾਂਦਾ ਜੋ ਇਲਮੇ ਨਜੂਮ ਦੇ 'ਚ ਮਾਹਿਰ ਸੀ, ਜੋਤਸ਼ੀ ਸੀ, ਲੰਘਿਆ। ਉਹਦੀ ਨਿਗਾਹ ਪਸਰੇ ਹੋਏ ਚਰਨਾਂ ਤੇ ਪੈ ਗਈ ਔਰ ਉਸਨੇ ਮੱਥਾ ਟੇਕਿਆ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਰੋਕਿਆ, ਆਖਿਆ ਬ੍ਰਾਹਮਣ ਦੇਵਤਾ, ਮੈਂ ਤੇ ਖੱਤਰੀ ਹਾਂ, ਤੂੰ ਬ੍ਰਾਹਮਣ ਹੈ, ਕੁਲ ਕਰਕੇ, ਜ਼ਾਤ ਕਰਕੇ ਤੂੰ ਉੱਚਾ ਹੈ, ਮੈਨੂੰ ਕਿਉਂ ਮੱਥਾ ਟੇਕਿਆ? ਤਾਂ ਬ੍ਰਾਹਮਣ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਤੁਹਾਡੇ ਚਰਨਾਂ ਵਿੱਚ ਪਦਮ ਹੈ। ਇਹ ਪਦਮ ਤੇ ਕਿਸੇ ਬ੍ਰਹਮ ਗਿਆਨੀ ਦੇ ਚਰਨਾਂ ਵਿੱਚ ਹੁੰਦਾ ਹੈ। ਇਹ ਪਦਮ ਤੇ ਕਿਸੇ ਪਹੁੰਚੀ ਹੋਈ ਰੂਹ ਦੇ ਚਰਨਾਂ 'ਚ ਹੁੰਦਾ ਹੈ। ਤੁਹਾਡੇ ਕਦਮਾਂ ਵਿੱਚ ਪਦਮ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਬੜੀ ਰੂਹਾਨੀ ਮੁਸਕਰਾਹਟ 'ਚ ਕਹਿਣ ਲੱਗੇ, ਬ੍ਰਾਹਮਣ ਦੇਵਤਾ, ਮੈਂ ਤੇ ਇੱਕ ਯਾਤਰੀ ਹਾਂ, ਬਿਲਕੁਲ ਯਾਤਰੀ। ਉਹ ਬ੍ਰਾਹਮਣ ਕਹਿਣ ਲੱਗਾ, ਮਹਾਰਾਜ ਇਹ ਬੀਜ ਅਜੇ ਅੰਕੁਰਿਤ ਨਹੀਂ ਹੋਇਆ, ਇਹ ਹੋਣ ਵਾਲਾ ਹੈ। ਔਰ ਜਦੋਂ ਇਹ ਬੀਜ ਅੰਕੁਰਿਤ ਹੋਵੇ, ਮੈਨੂੰ ਭੁੱਲਣਾ ਨਹੀਂ, ਮੈਂ ਤੁਹਾਡੇ ਚਰਨਾਂ 'ਚ ਆਵਾਂਗਾ, ਮੈਂ ਤੁਹਾਡੇ ਦਰਸ਼ਨ ਕਰਨ ਲਈ ਫਿਰ ਆਵਾਂਗਾ। ਰੱਬ ਦੀ ਨੇਤ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਪੁੱਤਰੀ ਬੀਬੀ ਅਮਰੋ
ਆਪ ਦੇ ਭਤੀਜੇ ਨੂੰ ਵਿਆਹੀ ਗਈ। ਇਸ ਤਰੀਕੇ ਨਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬੱਚੀ ਆਪ ਜੀ ਦੀ ਨੂੰਹ ਬਣੀ। ਇੱਕ ਦਿਨ ਬੀਬੀ ਅਮਰੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਚਾਟੀ ਨੂੰ ਰਿੜਕਦਿਆਂ ਹੋਇਆਂ ਅਲਾਪ ਰਹੀ ਸੀ, ਪੜ੍ਹ ਰਹੀ ਸੀ, ਬੜੇ ਮਧੁਰ ਢੰਗ ਦੇ 'ਚ, ਬੜੇ ਮਧੁਰ ਵੇਗ ਦੇ 'ਚ। ਬਿਰਧ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਪੁੱਛ ਲਿਆ, ਬੇਟਾ ਇਹ ਕਿਸ ਦੇ ਬਚਨ ਪੜ੍ਹ ਰਹੀ ਹੈ, ਇਹ ਕਿਸ ਦੀ ਬਾਣੀ ਪੜ੍ਹ ਰਹੀ ਹੈ? ਬਹੁਤ ਖਿੱਚ ਪਾਈ ਹੈ ਇਸਨੇ ਮੈਨੂੰ। ਤਾਂ ਨੂੰਹ ਰਾਣੀ ਕਹਿਣ ਲੱਗੀ, ਬਾਬਾ ਇਹ ਬਾਣੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਹੈ, ਦੂਸਰੇ ਗੁਰੂ ਨਾਨਕ, ਔਰ ਉਹ ਮੇਰੇ ਪਿਤਾ ਨੇ, ਰਿਸ਼ਤੇ ਦੇ 'ਚ ਮੇਰੇ ਪਿਤਾ ਨੇ। ਹੈ ਤੁਹਾਡੇ ਪਿਤਾ ਨੇ? ਨਾਮ ਜ਼ਰੂਰ ਸੁਣਿਆ ਸੀ, ਔਰ ਵਿਆਹ ਦੇ ਸਮੇਂ 'ਚ ਕੁੜਮਾਚਾਰੀਆਂ ਦਾ ਜੈਸੇ ਮਿਲਾਪ ਹੁੰਦਾ ਹੈ, ਇਹ ਵੀ ਜ਼ਰੂਰ ਹੋਇਆ। ਲੇਕਿਨ ਖਿੱਚ ਤੇ ਆਖਿਰ ਸ਼ਬਦ ਤੋਂ ਪੈਂਦੀ ਹੈ। ਅਗਰ ਕਾਲੀਆਂ ਘਟਾਵਾਂ ਸੂਰਜ ਦੇ ਅੱਗੋਂ ਵੀ ਆ ਜਾਣ ਤਾਂ ਇੱਕ ਦਫਾ ਪ੍ਰਿਥਵੀ ਤੇ ਅੰਧਕਾਰ ਹੋ ਜਾਂਦਾ ਹੈ। ਇਹ ਗੱਲ ਵੱਖਰਾ ਹੈ ਕਿ ਸੂਰਜ ਦੇ 'ਚ ਹਨੇਰਾ ਨਹੀਂ, ਸੂਰਜ ਦੇ 'ਚ ਅੰਧਕਾਰ ਨਹੀਂ, ਪਰ ਸੂਰਜ ਦਾ ਚਾਨਣਾ, ਸੂਰਜ ਦਾ ਪ੍ਰਕਾਸ਼ ਸਹੀ ਮਾਇਨਿਆਂ 'ਚ ਧਰਤੀ ਤੇ ਪਹੁੰਚ ਸਕੇ, ਕਾਲੀਆਂ ਘਟਾਵਾਂ ਰੋਕ ਤੇ ਖੜੀ ਕਰ ਦਿੰਦੀਆਂ ਨੇ। तो कुड़माचारी, रिश्तेदारी, शरीकाचारी और समाजिक रिश्ते संसार दीयां परंपरावां इतनियां निक्कियां वड्डियां बदलियां सन, जिन्हां दे चों गुरु अमरदास जी महाराज नूं झांकण दा मौका ही ना मिलिया कि गुरु अंगद देव जी महाराज वक़्त दे ओ रूहानी सूरज ने जो चारों पासे चानना वंड रहे ने। पर अज जद उस सूरज दी एक किरण कन्ना दे च पई, शब्द ते आखिर कन्ना च ही पएगा, और सुनिया अपनी नूह राणी तो तां दर्शनां लई चल पे। शरीक दे ते कुड़माचारी है, और फिर आप पुत्र वाले ने, बेटे वाले ने, जद के गुरु अंगद देव जी महाराज पुत्री वाले सन। आखिर भारतीय परंपरा दे मुताबिक लड़की वाले अक्सर अपने आप नूं निर्माणता दे विच रखदे ने, गरीबी च रखदे ने, और हमेशा लड़के वाले स्वय अभिमान दे नाल आंदे ने, मान ताण दे नाल आंदे ने। पर अज कुछ रूहानी दुनिया दी झलक ने उल्टी गंगा चला दिती। अज लड़के वालियां दा सरप्रस्त मुखी बिरद बाबा अमरदास गुरु अंगद देव जी महाराज दे दर्शनां लई चले है, रिश्ते च कुड़माचारी है। खंडूर साहब आके जद दीदार कीते, भरी संगत विच गुरु अंगद देव जी महाराज दे मुखारबिंद तो जद अमृतमई बचन सुने, तां जिस ढंग नाल कहंदे ने सिर झुकदा है, झुकाया नहीं जांदा, सुभावक ही झुक गया। कदमां ते डिग पे, डंडौत कीती ते हथ जोड़ के बेनती कीती, गुरुदेव इस कुड़माचारी दे रिश्ते नूं मैं एक पासे करदा। मैं अज तो आप दा सेवक, आप दा सिख, और वाकई आपने मैनू कबूल कीता है सेवक दे रूप विच, तां जरूर कोई सेवा भी बख्शो, मैं सेवा भी करां। हुण एक ते बिरद शरीर गालवन 70 तो उच्ची टपी हुई अवस्था, बिरद शरीर पर उत्साह बड़ा है, उमंग बढ़ गया। गुरु अंगद देव जी महाराज ने हाँ कर दी, ठीक है सेवक दे रूप विच तुसी कबूल, सानू अमृत वेले इशनान करा दिता करो।
रोज की सेवा। हुण ब्यासा अद्धी रात नूं उठदे ने, सिर ते गागर रखदे ने और आप जांदे ने, पहले स्वयं इशनान करदे ने, फिर गागर नूं ब्यासा दे जल नाल भर के सिर ते रखदे ने। ये भरी हुई गागर जद चुक के बिरद बाबा गुरु अंगद देव जी महाराज दे मार्ग ते चलदा है ते इंज जापदा है जिवें त्रिलोकी दा भार इस बिरद बाबे ने चुकिया होया, जिवें समूह संसार दी जिम्मेवारी इस बाबे ने चुकी हुई है। बाद विच वाकई आप दे किरदार राहीं, आप दे प्रचार राहीं ये सब कुछ प्रगट भी होया। इस सेवा आपने कोई एक दिन नहीं की थी, एक महीना नहीं की थी, एक साल नहीं बल्कि 12 साल की थी। रोज अद्धी रात नूं उठना है, ब्यासा ते पहुंचना है, अमृत वेले होंदे होंदे तक जल भर के लेना है और गालबन 3 कोह दा पैंडा है, 6 किलोमीटर दा ये रस्ता है जो आप रोज तय करदे ने जाना ते आना। अज किधरे ऐसा होया जद जान लगे अद्धी रात दा वक्त, रात हनेरी सी, आप एक जुलाहे दी खड्डी दे गिर गए। आवाज आई, खड़ाक आई, तो जुलाहे ने अपनी घरवाली नूं आवाज मारी, देख बाहर कोई है, खड्डी दे खड़ दे च कोई गिरे है। तो जुलाही कहन लगी, अद्धी रात नूं ओही अमरू निथावा होएगा, उस तो इलावा होर कौन होवेगा। अद्धी रात नूं ओही उठदा है, उसे दे सिर ते गागर होंदी है, ओही भटकदा होया गिर गया होवेगा, ओही अमरू निथावा। बथेरियां नूं ये सोचण दा मौका मिल गया कि बिरद शरीर है, शायद पुत्र नहीं रखते, भतीजे नहीं रखते, ताई ते शरीकां दे घर आके टिके ने, और सिर्फ टिके ही नहीं, ताई ते ब्यासा तो गागर जल्दी भर के लियांदे ने, दिन नूं लकड़ां फाड़दे ने, तप्पड़ छाड़दे ने, लंगर बनाउण दी सेवा करदे ने, ये नौकरी करदे ने, ये गुलामी करदे ने, इन्हां दा कोई थां नहीं। पर चल तो गई गल खंडूर दे अमरू निथावा, अमरू निथावा, अमरू निथावा। ये बचन धन गुरु अंगद देव जी महाराज दे कदमां च पहुंचे और आप दे कन्ना ने सुन के हैरानगी जताई है। अमरू निथावा, जैसे अमरदास जी आए, कोल बिठाया, सिर ते हथ रख के कहने लगे, गुरु अमरदास निथावियां दी थां, गुरु अमरदास निमाणियां दे माण, गुरु अमरदास निओटियां दी ओट, गुरु अमरदास ने आसरियां दे आसरे। इंज लगातार वर दे ही गए, वर दे ही गए। और ये वाकई स्पष्ट होया कि गुरु अमरदास निथावियां दी थां बने, निमाणियां दे माण बने, निआसरियां दे आसरे बने, निओटियां दी ओट बने। आपने गुरगद्दी ते बैठदे ही सिख जगत दा पहला केंद्री तीरथ आबाद कीता, बनाया गोविंदवाल, उत्थे बावली तैयार की थी। ये सिख जगत दा पहला तीरथ है। उस दियां 84 पौड़ियां रखियां, इशनान दी महानता दसी, और उत्थे आपने लंगर दी जिहड़ी परंपरा तोरी उस दे च वरन वंड खत्म कर दिती। आखिया मैं किसे जात पात नूं नहीं मनदा और किसे वरन वंड नूं भी नहीं मनदा। 80% इस देश दी आबादी जो शूदर कही जाती सी, इस दे सारे किरती बंदे आ जाते सन। लोहार, दरखान, धोबी, जुलाहे, चमार, मामार, कुमार,
ਇਹ ਸਾਰੇ ਲੋਕ ਕਿਰਤੀ ਸ਼ੂਦਰ ਕਹੇ ਜਾਂਦੇ ਸਨ। ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਬੂਹੇ ਇਹਨਾਂ ਸਾਰਿਆਂ ਲਈ ਖੋਲ ਦਿੱਤੇ। ਅੱਜ ਤੱਕ ਧਰਮ ਮੰਦਰਾਂ ਦੇ ਔਰ ਵਿਦਿਆਲਿਆਂ ਦੇ ਦਰਵਾਜ਼ੇ ਜੋ ਇਹਨਾਂ ਲਈ ਬੰਦ ਸਨ ਖੋਲ ਦਿੱਤੇ ਔਰ ਆਖਿਆ ਇਕੱਠੇ ਬੈਠ ਕੇ ਇੱਕੋ ਹੀ ਪੰਗਤ ਦੇ ਵਿੱਚ ਲੰਗਰ ਛਕੋ। ਰਾਣਾ ਰੰਗ ਬਰਾਬਰੀ ਕਰ ਦਿੱਤੀ। ਗੁਰੂ ਅਮਰਦਾਸ ਜੀ ਮਹਾਰਾਜ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੇ ਕਲਾਮ ਦਾ, ਗੁਰੂ ਨਾਨਕ ਦੀ ਜੋਤ ਦਾ ਅਗਾਂਹ ਪ੍ਰਸਾਰ ਕਰ ਰਹੇ ਨੇ। ਕਹਿੰਦੇ ਨੇ ਦਰਸ਼ਨਾਂ ਦੀ ਲੋਹ ਅਕਬਰ ਦੇ ਅੰਦਰ ਵੀ ਪੈਦਾ ਹੋਈ। ਉਸ ਜ਼ਮਾਨੇ ਦਾ ਮੁਗਲ ਸਮਰਾਟ, ਮੁਗਲ ਆਜ਼ਮ ਅਕਬਰ, ਜੋ ਅਕਸਰ ਮਨ ਦੇ ਸਾਧੂ ਫਕੀਰਾਂ ਦੀ ਸੰਗਤ ਦੀ ਤਲਬ ਰੱਖਦਾ ਸੀ, ਇੱਛਾ ਵੀ ਰੱਖਦਾ ਸੀ, ਔਰ ਇਹ ਇੱਛਾ ਕਿਸੇ ਘਾਟ ਦੇ ਕਾਰਨ ਕਰਕੇ ਪੈਦਾ ਹੋਈ। ਘਾਟ ਇਹ ਸੀ, ਅਧਕੜ ਜਿਹੀ ਉਮਰ ਹੋ ਗਈ, ਘਰ ਦੇ ਸੰਤਾਨ ਨਹੀਂ ਸੀ। ਤਾਂ ਕਿਸੇ ਨੇ ਕਿਹਾ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰ ਤੋਂ ਇਹ ਵਰ ਪ੍ਰਾਪਤ ਕਰੋ। ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਸੰਗਤ ਨੂੰ ਹੁਕਮ ਕੀਤਾ ਹੋਇਆ ਸੀ, ਪਹਿਲੇ ਪੰਗਤ ਪਾਛੇ ਸੰਗਤ। ਜੋ ਪੰਗਤ ਵਿੱਚ ਬੈਠ ਕੇ ਪਹਿਲੇ ਲੰਗਰ ਪ੍ਰਸ਼ਾਦ ਛਕਣ ਨੂੰ ਤਿਆਰ ਨਹੀਂ, ਉਹਨੂੰ ਸੰਗਤ ਵਿੱਚ ਬੈਠ ਕੇ ਰੂਹਾਨੀ ਪ੍ਰਸ਼ਾਦ ਨਹੀਂ ਮਿਲੇਗਾ। ਇਹ ਆਪ ਨੇ ਇਸ ਵਾਸਤੇ ਕੀਤਾ ਕਿ ਵਰਨ ਵੰਡ ਤੇ ਜ਼ਾਤ ਪਾਤ ਦੀ ਪ੍ਰਥਾ ਨੂੰ ਖਤਮ ਕਰਨਾ ਸੀ। ਪਰ ਅੱਜ ਪਹੁੰਚ ਗਿਆ ਮੁਗਲੇ ਆਜ਼ਮ ਅਕਬਰ, ਤੇ ਜਦ ਚੌਬਦਾਰ ਭਜਿਆ ਹੋਇਆ ਗਿਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ, ਮੁਗਲੇ ਆਜ਼ਮ ਅਕਬਰ ਆਇਆ ਹੈ। ਤੇ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਉਹੀ ਬਚਨ ਨਿਕਲੇ, ਪਹਿਲੇ ਪੰਗਤ ਪਾਛੇ ਸੰਗਤ, ਪਹਿਲੇ ਪੰਗਤ ਪਾਛੇ ਸੰਗਤ। ਚੌਬਦਾਰ ਇਸ਼ਾਰਾ ਸਮਝ ਗਿਆ। ਉਹ ਮੁਗਲ ਆਜ਼ਮ ਨੂੰ ਕਹਿਣ ਲੱਗਾ, ਪਹਿਲੇ ਆਪ ਨੂੰ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪਏਗਾ, ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਹੋਣਗੇ, ਫਿਰ ਸੰਗਤ ਵਿੱਚ ਪ੍ਰਭੂ ਦੀ ਬਾਣੀ ਔਰ ਈਸ਼ਵਰੀ ਉਪਦੇਸ਼ ਸੁਣਨ ਦਾ ਮੌਕਾ ਮਿਲੇਗਾ। ਬੈਠ ਗਏ ਪੰਗਤ ਵਿੱਚ ਅਕਬਰ। ਪਰ ਲੰਗਰ ਦਾ ਜੋ ਅੱਜ ਪ੍ਰਸ਼ਾਦ ਛਕਿਆ, ਇਸ ਪ੍ਰਸ਼ਾਦ ਦੇ ਚੋਂ ਵੀ ਰੂਹਾਨੀ ਸੁਗੰਧ ਦੀ ਪ੍ਰਾਪਤੀ ਹੋਈ। ਸਵਾਦ ਨੂੰ ਲੈ ਕੇ ਬਿਸਮਾਦ ਹੋਇਆ ਅਕਬਰ। ਆਨੰਦ ਵਿੱਚ ਐਸਾ ਸਵਾਦ, ਦਾਲ ਵਿੱਚ ਐਸਾ ਸਵਾਦ। ਹੈਰਾਨ ਹੋ ਕੇ ਸੇਵਾਦਾਰਾਂ ਤੋਂ ਪੁੱਛਦਾ ਹੈ, ਤਾਂ ਸੇਵਾਦਾਰ ਕਹਿੰਦੇ ਨੇ, ਬਾਦਸ਼ਾਹ ਸਲਾਮਤ, ਰੱਬੀ ਪ੍ਰਸ਼ਾਦ, ਰੱਬੀ ਰਹਿਮਤ, ਰੱਬੀ ਚਿੰਤਨ ਇਸ ਭੋਜਨ ਨਾਲ ਜੁੜਿਆ ਹੋਇਆ ਹੈ। ਇਸ ਵਾਸਤੇ ਪ੍ਰਸ਼ਾਦ ਹੈ, ਬਖਸ਼ਿਸ਼ ਹੈ, ਰਹਿਮਤ ਹੈ। ਇਹ ਸਵਾਦ ਪ੍ਰਭੂ ਦਾ ਹੈ, ਅਕਾਲ ਪੁਰਖ ਦਾ ਹੈ, ਈਸ਼ਵਰ ਦਾ ਹੈ। ਇਸ ਤੋਂ ਬਾਅਦ ਦਰਸ਼ਨ ਨਸੀਬ ਹੋਏ, ਮੱਥਾ ਟੇਕਿਆ ਔਰ ਅਕਬਰ ਨੇ ਬੇਨਤੀ ਕੀਤੀ, ਮੈਂ 100 ਪਿੰਡ ਜਾਗੀਰ ਦੇ ਵਿੱਚ ਆਪ ਜੀ ਨੂੰ ਦੇਣਾ, ਤਾਂ ਕਿ ਇਹ ਲੰਗਰ ਆਪ ਦਾ ਖੁਸ਼ ਅਸਲੂਬੀ ਨਾਲ ਚੱਲ ਸਕੇ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ, ਇਹ 10 ਨੌਹਾਂ ਦੀ ਕਿਰਤ ਜੋ ਸਿੰਘ ਕਰਦੇ ਨੇ, ਉਸ ਦਸਵੰਧ ਨਾਲ ਲੰਗਰ ਚੱਲਦਾ ਹੈ। ਸ਼ਹਿਨਸ਼ਾਹੀ ਖਜ਼ਾਨੇ ਚੋਂ ਨਹੀਂ ਚਲਾਇਆ ਜਾ ਸਕਦਾ। ਅਸੀਂ ਇਹ ਮਰਿਆਦਾ ਬਣਾਈ ਹੈ ਕਿ ਹਕੂਮਤ ਦੇ ਖਜ਼ਾਨੇ ਤੋਂ ਲੰਗਰ ਨਹੀਂ ਚਲੇਗਾ। ਇਹ ਲੰਗਰ ਚਲੇਗਾ ਕਿਰਤੀ ਲੋਕਾਂ ਦੀ ਕਿਰਤ ਦਾ ਜੋ ਦਸਵੰਧ, 10ਵਾਂ ਹਿੱਸਾ ਹੈ, ਉਸ ਤੋਂ ਚਲੇਗਾ, ਤਾਂ ਕਿ ਲੰਗਰ ਦਾ ਸਵਾਦ ਬਣਿਆ ਰਹੇ, ਰਸ ਬਣਿਆ ਰਹੇ। ਆਪਨੇ ਸਖਤੀ ਨਾਲ ਦਸਵੰਧ ਦੀ ਮਰਿਆਦਾ ਨੂੰ ਵੀ ਲਾਗਤ ਕੀਤਾ। ਵੀ ਉਹੀ ਸਿੱਖ ਹੈ ਜੋ ਆਪਣੀ ਕਿਰਤ ਦਾ 10ਵਾਂ ਹਿੱਸਾ ਦਾਨ ਦੇ ਰੂਪ ਵਿੱਚ ਅਰਪਣ ਕਰਦਾ ਹੈ ਗੁਰੂ ਨੂੰ ਜਾਂ ਲੋੜਵੰਦਾਂ ਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਸਾ ਲਿਖਿਆ ਹੈ ਕਿ ਜੋ ਬਾਬੇ ਕੇ ਦਾਮ ਨ ਦੇ ਹੈ ਤਿਨ ਤੇ ਗਹਿ ਬਾਬਰ ਕੇ ਲੈ ਹੈ। ਜੋ ਰੱਬ ਦੇ ਨਾਂ ਦਾ 10ਵਾਂ ਹਿੱਸਾ ਨਹੀਂ ਕੱਢਦਾ, ਕੋਈ ਨਾ ਕੋਈ ਐਸਾ ਦੂਤ ਆਉਂਦਾ ਹੈ,
ਉਹਦੇ ਨਾਲ ਉਸਦਾ ਸਭ ਕੁਝ ਹੀ ਚਲਾ ਜਾਂਦਾ ਹੈ। ਇਹ ਬੰਦੇ 9 ਹਿੱਸੇ ਤੂੰ ਰੱਖ ਲੈ, 10ਵਾਂ ਗੁਰੂ ਦਾ ਹੈ, ਧਰਮ ਦਾ ਹੈ, ਈਸ਼ਵਰ ਦਾ ਹੈ। ਉਂਝ ਵੀ ਇੱਕ ਸਾਰ ਕਿਤਾਵਲੀ ਦਾ ਕਰਤਾ ਕਹਿੰਦਾ ਹੈ, ਧਨ ਕੇ ਭਾਗੀ 4 ਹੈ, धर्म चोर निरप आग। अगर धर्म का हिस्सा नहीं दिता गया तो चोर ले जाएगा, अगन भेंट हो जाएगा या राजगर्दी दे जेर असर हो जाएगा। खैर, गुरु अमरदास जी महाराज ने इस ढंग की लंगर की अगम्मी परंपरा तोरी। चारों पासे आप दा जय जयकार होया। धन गुरु अंगद देव जी महाराज दे साहिबजादे दातू जी, दासू जी कहते ने ये जस वो नहीं सहार सके। जैसे वक्ती तौर ते बाबा श्री चंद ते लक्ष्मी दास नूं रोस होया सी कि साडे पिता दी गद्दी लैणा जी लै गए, इस तरह गुरु अमरदास जी महाराज दे गद्दी विराजमान होण ते दातू जी नूं ते दासू जी नूं भी बड़ा रोस चढ़िया। अज शरीकां दे भड़काए हुए और शरीकां ने ही कन भरे। देखो, जात पात की परंपरा ही तोड़ दी गुरु अमरदास जी ने, वर्ण वंड की परंपरा ही तोड़ दी। और ये सिर्फ दातू ही नहीं, मरवाहा इत्थे अकबर के दरबार विच फरियाद भी लेके चला गया सी कि भारत की जो पुरानी संस्कृति है, खत्री ब्राह्मण शूद्र वैस, ये 4 वर्णा की मनोत ये गुरु अमरदास ने तोड़ दी। और साहिब गुरु अमरदास जी महाराज का उपदेश भी, जात का गर्भ न कर मूरख गवारा, इस गर्भ ते उपजे बहुत बेकारा। गवार है वो जो जात अभिमानी है, वर्ण अभिमानी है। आपदा उपदेश कि जन्म तो कोई ब्राह्मण नहीं, जन्म तो कोई शूद्र नहीं, जीवन तो शूद्र होवेगा, जीवन तो ब्राह्मण होवेगा। दातू जी ने एकदम संगत दे चाके सतगुरुदेव जी महाराज सिंघासन ते बैठे सन, सीने दे खिच के लत मारी। बिरद शरीर 84 साल दा सिंघासन तो थले गिरे। एकदम अपने आप नूं संभालिया ते संभालदियां सार आपने दातू दे कदम पकड़ ले, चरण पकड़ ले और जो बेनती की थी, सिख जगत दे महान इतिहासकार, कवि ते ब्रह्मनिष्ठ चूड़ामणि भाई संतोख सिंह जी ने इंज लिखे ने, एक तो सेवा करत रहे हूं, द्वितीय बैते बिरद भय हूं, याते अधिक शरीर कठोरा, तुमरे चरण मिर्दर न थोरा। ऐ दातू जी, एक ते मेरी उम्र वडेरी है, 84 साल दा हो गया, जिस करके मेरियां हड्डियां सख्त हो गई, चमड़ी सख्त हो गई, मांस सख्त हो गए। उम्र दे वड्डे होण नाल शरीर कठोर हो गया। ते दूसरा दातो जी, मैं अद्धी रात नूं उठ के ब्यासा तो जल भरण की सेवा करदा रहा 12 वरे। लकड़ फाड़ने, तप्पड़ झाड़ने और लंगर वंडना, इस तरह की करड़ी सेवा करके और वडेरी उम्र करके मेरा शरीर करड़ा हो गया, मेरियां हड्डियां करड़ियां हो गई ने। एक तो सेवा करत रहे हूं, द्वितीय बैते बिरद भय हूं, याते अधिक शरीर कठोरा, तुमरे चरण मिर्दर न थोरा। तो मेरा शरीर बड़ा करड़ा हो गया, थोड़े चरण बड़े कोमल ने, तुसी मैनू खिंच के लत मारी है, किधरे थोड़े चरना नू मोच ते नहीं आई। इंज हथ जोड़ के खड़े ने। दातू दा अहंकार ते क्रोध पानी पानी हो गया और आखण लगा, यही निर्माणता, यही गरीबी, दरअसल इसे करके तुसी साडा घर लुट के ले गए, साडी गद्दी ले गए, साडी विरासत तुसी ले गए।
पर यह बचन भी बड़ी खुशी नाल गुरु अमरदास जी महाराज हाथ जोड़ के सुनते रहे। जिथे आपने वरण वंड जात की प्रथा नूं खत्म किया, उत्थे एक तीसरी लानत छा गई सी, देश दे पड़दे दी, इस्त्री नूं लंबा घुंड कढ़ाना या बुरके दे च रखना। कुछ इस्लामी तहजीब का असर ते कुछ मनुख दी प्रबल वासना करके इस्त्री जगत का अपना एक संकोच, लंबा घुंड और बुरका आलमे वजूद दे आया। गुरु अमरदास जी महाराज इस दी मुखालफत करते हैं और आपने हुक्म कर दिता कि संगत दे कोई भी बीबी पर्दा करके ना आवे, बुरके दे च ना आवे, घुंड कट के ना आवे। कहते हिमाचल प्रदेश के राजे दी, पहाड़ी राजियां दी एक राणी किधरे बहुत लंबा घुंड कट के पातशाह दे दर्शन करन लई आई, ते गुरु अमरदास जी महाराज ने कह दिता है कौन झल्ली आई है। झल्ली हो गई सी। और फिर जद शरीका ने, राजे ने बेनती की थी, महाराज ये झल्ली हो गई, ये तो ठीक नहीं होया। तो पातशाह कहने लगे कोई नहीं, घुंड एक पासे करके लंगर दे भांडे मांजे, ठीक हो जाएगी। और वाकई वो ठीक हो गई। उस तो बाद गुरु अमरदास जी महाराज दे दरबार दे कोई भी बीबी घुंड करके नहीं आउंदी सी, बुरके दे जो है नहीं आउंदी सी। गुरु ग्रंथ साहब जी महाराज दी बाणी बुरके दी मुखालफत कर दी है, पर्दे दी मुखालफत कर दी है। रहो रहोरी बहुरिया घूंघट जिन काड़े, अंत की बार लहे गिना आंडे। ऐ बहू ऐ बीवी घुंड क्यों कढ़ रही है? संगत दिच बैठ घुंड नूं एक पासे करके। हाँ, अगर घुंड कढ़ना ही है, वाकई पर्दा करना ही है, तो घुंड ते ए होंदा घूंघट तेरो तो ऊपर साचे, हर गुण गाए कुदे अर नाचे। घुंड ते होंदा है शर्मो हया दा, घुंड ते होंदा है मासूमियत दा, सच्चाई दा। अगर यही नहीं तो कपड़े दा घुंड, कपड़े दा बुरका इज्जत नहीं बचा सकेगा। शर्मो हया ते सच्चाई एक ऐसा पर्दा है कि मनुख लई ਉਹੀ ਲਾਭਕਾਰੀ ਹੁੰਦਾ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿੱਥੇ ਸਮਾਜ ਦਾ ਸੁਧਾਰ ਕੀਤਾ, ਧਾਰਮਿਕ ਜਗਤ ਦੇ ਚ ਆਏ ਹੋਏ ਪਖੰਡ ਨੂੰ ਜੋ ਹੈ ਇੱਕ ਪਾਸੇ ਕੀਤਾ, ਔਰ ਇਸ ਤਰੀਕੇ ਦੇ ਨਾਲ ਸਾਰੀ ਮਾਨਵਤਾ ਦੇ ਲਈ ਇੱਕੋ ਰਸਤਾ, ਇੱਕ ਦਾ ਪੁਜਾਰੀ, ਇੱਕ ਦਾ ਸੰਦੇਸ਼, ਇੱਕ ਦਾ ਉਪਦੇਸ਼ ਦਿੱਤਾ। ਦਿਨ ਰਾਤ ਆਪ ਜੋਤ ਜਗਾਈ ਬੈਠੇ ਰਹੇ। ਗੋਬਿੰਦਵਾਲ ਦੇ ਵਿੱਚ ਦੂਰ ਦੂਰ ਤੋਂ यात्री आंदे रहे, संगतां आंदियां रहियां, आप दे दर्शनां दा लाभ उठा के आप तो रूहानी लाभ प्राप्त कर दियां रहियां। भट्टा ने आप दी उपमा दे जो पावन पवित्र एक सवैया उचारण कीता है, वो ये है कि सूरज दियां किरणां जिवें नहीं गिणियां जा सकदियां, सागर दियां लहरां जिवें नहीं गिणियां जा सकदियां, बसंत रुत दे च बसंती फुल जो खिड़दे ने ਉਹ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ, ਜਿਵੇਂ शिव जी ਦਾ ਲੰਬਾ ਗਹਿਰਾ ਧਿਆਨ ਨਹੀਂ ਨਾਪਿਆ ਜਾ ਸਕਦਾ, ਇਸੇ ਤਰੀਕੇ ਨਾਲ हे ਗੁਰੂ ਅਮਰਦਾਸ ਜੀ ਤੁਹਾਡੇ ਗੁਣ ਨਹੀਂ ਨਾਪੇ ਜਾ ਸਕਦੇ, ਤੁਹਾਡੀ ਮਹਿਮਾ ਨਹੀਂ ਨਾਪੀ ਜਾ ਸਕਦੀ। ਗਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਨੰਤ ਨਾ ਆਵੇ, रव सस किरण उदर सागर को, गंग तरंग अंत को पावे। रुदर ध्यान ज्ञान सतगुर के, कव जन भल उन्हें जो गावे। भल्ले अमरदास गुण तेरे, तेरी उपमा तोहे बनावे। भल्ले अमरदास गुण तेरे, तेरी उपमा तोहे बना